BTV ਬ੍ਰਾਡਕਾਸਟਿੰਗ ਦੇਖ ਰਹੇ ਸਾਰੇ ਦਰਸ਼ਕਾਂ ਨੂੰ ਪਿਆਰ ਭਰੀ ਸਤਿ ਸ਼੍ਰੀ ਅਕਾਲ। ਮੈਂ ਸਿਮਰਨਜੀਤ ਕੌਰ ਲੈ ਕੇ ਹਾਜ਼ਰ ਹਾਂ ਕੈਨੇਡਾ ਤੇ ਅੰਤਰਰਾਸ਼ਟਰੀ ਖਬਰਾਂ ਦਾ ਬੁਲੇਟਿਨ। ਸਭ ਤੋਂ ਪਹਿਲਾਂ ਸ਼ੁਰੂਆਤ ਕਰਦੇ ਹਾਂ ਮੁੱਖ ਖਬਰਾਂ ਦੇ ਨਾਲ। CRA ਨੇ 2024 ਵਿੱਚ ਬੇਅਰ ਟਰਸਟ ਟੈਕਸ ਫਾਈਲਿੰਗ ਲਈ ਵਧਾਈ ਛੋਟ। ਨਾਰਥ ਈਸਟ ਓਨਟਾਰੀਓ ਵਿੱਚ ਪਹਿਲੀ ਬਰਫ਼ਬਾਰੀ, ਭਾਰੀ ਮੀਂਹ ਅਤੇ ਤੇਜ਼ ਗਰਜ ਤੂਫਾਨ ਦੀ ਚੇਤਾਵਨੀ ਜਾਰੀ। ਫਲੈਸ਼ ਹੜ੍ਹਾਂ ਕਾਰਨ ਸਪੇਨ ਵਿੱਚ ਮਚੀ ਤਬਾਹੀ, ਘੱਟੋ-ਘੱਟ 95 ਲੋਕਾਂ ਦੀ ਹੋਈ ਮੌਤ, ਗਿਣਤੀ ਵਧਣ ਦਾ ਖਦਸ਼ਾ। ਅਫਗਾਨ ਔਰਤਾਂ ਤੇ ਦੂਜਿਆਂ ਸਾਹਮਣੇ ਉੱਚੀ ਆਵਾਜ਼ ਵਿੱਚ ਪ੍ਰਾਰਥਨਾ ਕਰਨ ਤੇ ਰੋਕ। ਹੁਣ ਖਬਰਾਂ ਵਿਸਥਾਰ ਨਾਲ। ਕੈਨੇਡਾ ਦੇ ਸੰਸਦੀ ਬਜਟ ਅਧਿਕਾਰੀ ਤੋਂ ਇੱਕ ਨਵੀਂ ਰਿਪੋਰਟ ਦੇ ਅਨੁਸਾਰ ਕੈਨੇਡਾ ਨੂੰ 2032 ਤੱਕ ਇਸ ਦੇ ਬਚਾਅ ਖਰਚ ਲਈ ਲਗਭਗ 2 ਵਾਰ $81.9 ਬਿਲੀਅਨ ਦੀ ਜਾਣਕਾਰੀ ਦਿੱਤੀ ਜਾਵੇਗੀ, ਜਿਸ ਦਾ ਉਦੇਸ਼ ਨੈਟੋ ਦੇ 2% GDP ਦੇ ਖਰਚੇ ਤੇ ਬਤਾਉਣਾ ਹੈ। ਰਿਪੋਰਟ ਮੁਤਾਬਕ ਵਰਤਮਾਨ ਵਿੱਚ ਕੈਨੇਡਾ ਰੱਖਿਆ ਤੇ ਸਾਲਾਨਾ $41 ਬਿਲੀਅਨ ਖਰਚ ਕਰ ਰਿਹਾ ਹੈ, ਜੋ ਕਿ GDP ਦੇ ਲਗਭਗ 1.35% ਹਿੱਸੇ ਨੂੰ ਦਰਸਾਉਂਦਾ ਹੈ। PBO ਦੀਆਂ ਖੋਜਾਂ ਕੈਨੇਡਾ ਦੀ ਪਛੜ ਰਹੀ ਵਚਨਬੱਧਤਾ ਨੂੰ ਉਜਾਗਰ ਕਰਦੀਆਂ ਹਨ, ਕਿਉਂਕਿ ਨੈਟੋ ਦੇ 32 ਮੈਂਬਰਾਂ ਵਿੱਚੋਂ 23 ਇਸ ਸਾਲ ਦੇ ਅੰਤ ਤੱਕ 2% ਦੇ ਟੀਚੇ ਨੂੰ ਪੂਰਾ ਕਰਨ ਜਾਂ ਇਸ ਤੋਂ ਵੱਧ ਕਰਨ ਦੇ ਰਾਹ ਤੇ ਹਨ। ਜ਼ਿਕਰਯੋਗ ਹੈ ਕਿ ਜੂਨ ਵਿੱਚ ਪ੍ਰਧਾਨ ਮੰਤਰੀ ਜਸਟਿਨ ਟਰੂਡੋ ਨੇ ਵਾਸ਼ਿੰਗਟਨ DC ਵਿੱਚ ਨੈਟੋ ਸੰਮੇਲਨ ਵਿੱਚ ਵਾਅਦਾ ਕੀਤਾ ਸੀ ਕਿ ਕੈਨੇਡਾ 2032 ਤੱਕ 2% ਖਰਚ ਦੇ ਟੀਚੇ ਨੂੰ ਪੂਰਾ ਕਰੇਗਾ। ਹਾਲਾਂਕਿ ਫੈਡਰਲ ਸਰਕਾਰ ਨੇ ਇਸ ਬਾਰੇ ਵੇਰਵੇ ਨਹੀਂ ਦਿੱਤੇ ਸੀ ਕਿ ਉਹ ਉਸ ਟੀਚੇ ਤੱਕ ਪਹੁੰਚਣ ਲਈ ਖਰਚ ਵਧਾਉਣ ਦੀ ਯੋਜਨਾ ਕਿਵੇਂ ਬਣਾ ਰਹੇ ਹਨ। PBO ਮੁਤਾਬਕ ਕੈਨੇਡਾ ਦੀ ਮੌਜੂਦਾ ਰੱਖਿਆ ਬਜਟ ਯੋਜਨਾ ਪੁਰਾਣੇ ਆਰਥਿਕ ਅਨੁਮਾਨਾਂ ਤੇ ਆਧਾਰਿਤ ਸੀ, ਜਿਸ ਦੇ ਨਤੀਜੇ ਵਜੋਂ 2030 ਤੱਕ GDP ਦੇ 1.76% ਦੇ ਗਲਤ ਖਰਚੇ ਦੀ ਭਵਿੱਖਬਾਣੀ ਕੀਤੀ ਗਈ ਸੀ। ਅਪਡੇਟ ਕੀਤੇ ਅੰਕੜਿਆਂ ਦੇ ਨਾਲ PBO ਦਾ ਅਨੁਮਾਨ ਹੈ ਕਿ ਕੈਨੇਡਾ ਦਾ ਰੱਖਿਆ ਖਰਚ 2029-30 ਤੱਕ GDP ਦੇ ਸਿਰਫ 1.58% ਤੱਕ ਪਹੁੰਚ ਜਾਵੇਗਾ। ਇਹ ਰਿਪੋਰਟ ਨੈਟੋ ਸਹਿਯੋਗੀਆਂ, ਖਾਸ ਤੌਰ ਤੇ ਅਮਰੀਕਾ ਦੁਆਰਾ ਰੱਖਿਆ ਪ੍ਰਤੀਬੱਧਤਾਵਾਂ ਨੂੰ ਪੂਰਾ ਕਰਨ ਲਈ ਵਧੇ ਦਬਾਅ ਦੇ ਵਿਚਕਾਰ ਆਈ ਹੈ। ਦੱਸੇ ਕਿ ਅਮਰੀਕਾ ਦੇ ਸਾਬਕਾ ਰਾਸ਼ਟਰਪਤੀ ਡੋਨਾਲਡ ਟਰੰਪ ਨੇ ਪਹਿਲਾਂ ਚੇਤਾਵਨੀ ਦਿੱਤੀ ਸੀ ਕਿ ਅਮਰੀਕਾ ਨੈਟੋ ਸਹਿਯੋਗੀਆਂ ਲਈ ਸਮਰਥਨ ਸੀਮਤ ਕਰ ਸਕਦਾ ਹੈ, ਜੋ ਆਪਣੇ ਖਰਚੇ ਦੀਆਂ ਜ਼ਿੰਮੇਵਾਰੀਆਂ ਨੂੰ ਪੂਰਾ ਨਹੀਂ ਕਰ ਰਹੇ ਹਨ। ਕੰਜ਼ਰਵੇਟਿਵ ਲੀਡਰ ਪੀਅਰ ਪੋਇਲੀਏਵ ਦੇ ਪ੍ਰੋਗਰਾਮ ਨੂੰ ਰੱਦ ਕਰਨ ਦੇ ਹਾਲ ਹੀ ਦੇ ਵਾਅਦੇ ਦੇ ਬਾਵਜੂਦ ਕਈ ਕੰਜ਼ਰਵੇਟਿਵ ਸੰਸਦ ਮੈਂਬਰਾਂ ਨੇ ਆਪਣੇ ਭਾਈਚਾਰਿਆਂ ਲਈ ਲਿਬਰਲ ਸਰਕਾਰ ਦੇ ਹਾਊਸਿੰਗ ਐਕਸੀਲੇਟਰ ਫੰਡ HAF ਤੋਂ ਫੰਡਿੰਗ ਦੀ ਬੇਨਤੀ ਕੀਤੀ ਹੈ। ਹਾਊਸਿੰਗ ਮੰਤਰੀ ਸ਼ੌਨ ਫਰੇਜ਼ਰ ਨੇ ਹਾਊਸ ਆਫ ਕਾਮਨਸ ਵਿੱਚ ਖੁਲਾਸਾ ਕੀਤਾ ਕਿ ਘੱਟੋ-ਘੱਟ 1 ਦਰਜਨ ਕੰਜ਼ਰਵੇਟਿਵ ਸੰਸਦ ਮੈਂਬਰਾਂ ਨੇ HAF ਸਹਾਇਤਾ ਦੀ ਮੰਗ ਕੀਤੀ ਹੈ, ਜੋ ਉਹਨਾਂ ਦਾ ਮੰਨਣਾ ਹੈ ਕਿ ਉਹਨਾਂ ਦੇ ਖੇਤਰਾਂ ਵਿੱਚ ਰਿਹਾਇਸ਼ ਦੀ ਉਪਲਬਧਤਾ ਵਿੱਚ ਵਾਧਾ ਹੋਵੇਗਾ। ਉੱਥੇ ਪਾਰਟੀ ਲੀਡਰ ਪੀਅਰ ਪੋਇਲੀਏਵ ਨੇ HAF ਦੀ ਆਲੋਚਨਾ ਕੀਤੀ ਹੈ, ਇਸ ਨੂੰ ਵਿਨਾਸ਼ਕਾਰੀ ਪ੍ਰੋਗਰਾਮ ਦਾ ਲੇਬਲ ਦਿੱਤਾ, ਜੋ ਕਿ ਉਸ ਦੇ ਵਿਚਾਰ ਵਿੱਚ ਹਾਊਸਿੰਗ ਸਪਲਾਈ ਨੂੰ ਪ੍ਰਭਾਵਸ਼ਾਲੀ ਢੰਗ ਨਾਲ ਵਧਾਏ ਬਿਨਾਂ ਨੌਕਰਸ਼ਾਹੀ ਨੂੰ ਜੋੜਦਾ ਹੈ। ਉਸਨੇ ਇਸ ਨੂੰ ਇੱਕ ਨੀਤੀ ਨਾਲ ਬਦਲਣ ਦਾ ਵਾਅਦਾ ਕੀਤਾ ਜੋ $1 ਮਿਲੀਅਨ ਤੋਂ ਘੱਟ ਦੇ ਨਵੇਂ ਘਰਾਂ ਤੇ ਫੈਡਰਲ ਸੇਲਸ ਟੈਕਸ ਨੂੰ ਹਟਾ ਦਿੰਦੀ ਹੈ, ਜਿਸ ਦਾ ਉਸਦੀ ਟੀਮ ਦਾ ਦਾਅਵਾ ਹੈ ਕਿ ਉਹ ਸਾਲਾਨਾ 30,000 ਨਵੇਂ ਘਰ ਹੋਣਗੇ ਅਤੇ ਘਰਾਂ ਦੀਆਂ ਕੀਮਤਾਂ ਅਤੇ ਮੌਰਗੇਜ ਖਰਚੇ ਘਟਣਗੇ। ਹਾਲਾਂਕਿ ਬ੍ਰਿਟਿਸ਼ ਕੋਲੰਬੀਆ, ਐਲਬਰਟਾ, ਓਨਟਾਰੀਓ ਅਤੇ ਨਿਊ ਬ੍ਰੰਸਵਿਕ ਵਿੱਚ ਭਾਈਚਾਰਿਆਂ ਦੀ ਨੁਮਾਇੰਦਗੀ ਕਰਨ ਵਾਲੇ ਫਰੇਜ਼ਰ ਨੂੰ ਪੱਤਰ ਲਿਖਣ ਵਾਲੇ ਕੰਜ਼ਰਵੇਟਿਵ MPs ਨੇ ਦਲੀਲ ਦਿੱਤੀ ਕਿ ਬਹੁਤ ਲੋੜੀਂਦੇ ਹਾਊਸਿੰਗ ਵਿਕਾਸ ਲਈ HAF ਫੰਡਿੰਗ ਮਹੱਤਵਪੂਰਨ ਹੈ। ਉਹਨਾਂ ਦਾ ਮੰਨਣਾ ਹੈ ਕਿ ਇਹ ਸਥਾਨਕ ਹਾਊਸਿੰਗ ਪ੍ਰੋਜੈਕਟਾਂ ਵਿੱਚ ਇੱਕ ਫਰਕ ਲਿਆਏਗਾ ਤੇ ਕਮੀਆਂ ਨੂੰ ਦੂਰ ਕਰੇਗਾ, ਇੱਕ ਅਜਿਹਾ ਰੁਖ ਜੋ ਪ੍ਰੋਗਰਾਮ ਤੇ ਪੋਇਲੀਏਵ ਦੀ ਸਥਿਤੀ ਦੇ ਉਲਟ ਹੈ। ਹੈਲੀਫੈਕਸ ਦੇ ਮਮਫੋਰਡ ਰੋਡ ਵਾਲਮਾਰਟ ਵਿਖੇ ਬੇਕਰੀ ਤੇ ਕੰਮ ਰੋਕੂ ਆਰਡਰ ਨੂੰ ਹੁਣ ਹਟਾ ਦਿੱਤਾ ਗਿਆ, ਜਿੱਥੇ 19 ਸਾਲਾ ਕਰਮਚਾਰੀ ਗੁਰਸਿਮਰਨ ਕੌਰ ਇੱਕ ਹਫ਼ਤਾ ਪਹਿਲਾਂ ਵਾਕ-ਇਨ ਓਵਨ ਵਿੱਚ ਦੁਖਦਾਈ ਤੌਰ ਤੇ ਮ੍ਰਿਤਕ ਪਾਈ ਗਈ ਸੀ। ਦੱਸਦੇ ਕਿ ਨੋਵਾ ਸਕੋਸ਼ਾ ਡਿਪਾਰਟਮੈਂਟ ਆਫ ਲੇਬਰ, ਸਕਿੱਲਸ ਅਤੇ ਇਮੀਗ੍ਰੇਸ਼ਨ ਦੁਆਰਾ ਜਾਰੀ ਕੀਤੇ ਗਏ ਆਦੇਸ਼ ਨੂੰ ਪਾਲਣਾ ਦੀ ਪੁਸ਼ਟੀ ਕਰਨ ਤੋਂ ਬਾਅਦ ਹਟਾ ਦਿੱਤਾ ਗਿਆ। ਹਾਲਾਂਕਿ ਸਟੋਰ ਅਜੇ ਵੀ ਬੰਦ ਹੈ। ਇਸ ਦੌਰਾਨ ਵਾਲਮਾਰਟ ਨੇ ਭਰੋਸਾ ਦਿੱਤਾ ਹੈ ਕਿ ਉਹ ਕਰਮਚਾਰੀਆਂ ਨੂੰ ਭੁਗਤਾਨ ਕਰਨਾ ਜਾਰੀ ਰੱਖੇਗਾ ਤੇ ਲੋੜ ਪੈਣ ਤੇ ਕਰਮਚਾਰੀਆਂ ਨੂੰ ਵਿਕਲਪਕ ਕੰਮ ਮੁਹੱਈਆ ਕਰਵਾਇਆ ਜਾ ਸਕਦਾ ਹੈ। ਜ਼ਿਕਰਯੋਗ ਹੈ ਕਿ ਗੁਰਸਿਮਰਨ ਕੌਰ ਮੂਲ ਰੂਪ ਵਿੱਚ ਭਾਰਤ ਦੀ ਰਹਿਣ ਵਾਲੀ ਸੀ ਅਤੇ ਆਪਣੀ ਮਾਂ ਨਾਲ ਵਾਲਮਾਰਟ ਸਟੋਰ ਵਿੱਚ 2 ਸਾਲਾਂ ਤੋਂ ਕੰਮ ਕਰਦੀ ਸੀ। ਇਸ ਦੌਰਾਨ ਮੈਰੀਟਾਈਮ ਸਿੱਖ ਸੁਸਾਇਟੀ ਨੇ ਕੌਰ ਦੀ ਪਛਾਣ ਕੀਤੀ ਅਤੇ ਇੱਕ ਆਨਲਾਈਨ ਫੰਡਰੇਜ਼ਰ ਸਥਾਪਿਤ ਕੀਤਾ, ਜਿਸ ਨੇ ਉਸਦੇ ਪਰਿਵਾਰ ਲਈ ਲਗਭਗ $1,90,000 ਇਕੱਠੇ ਕੀਤੇ ਹਨ। ਜਾਣਕਾਰੀ ਮੁਤਾਬਕ ਭਾਈਚਾਰਾ ਕੌਰ ਦੇ ਪਿਤਾ ਨੂੰ ਕੈਨੇਡਾ ਲਿਆਉਣ ਲਈ ਐਮਰਜੈਂਸੀ ਵੀਜ਼ਾ ਪ੍ਰਾਪਤ ਕਰਨ ਵਿੱਚ ਵੀ ਸਹਾਇਤਾ ਕਰ ਰਿਹਾ ਹੈ। ਉੱਥੇ ਪ੍ਰੋਵਿੰਸ ਦੇ ਲੇਬਰ ਵਿਭਾਗ ਅਤੇ ਹੈਲੀਫੈਕਸ ਖੇਤਰੀ ਪੁਲਿਸ ਦੋਵੇਂ ਜਾਂਚ ਕਰ ਰਹੇ ਹਨ। ਪੁਲਿਸ ਇਸ ਨੂੰ ਗੁੰਝਲਦਾਰ ਕੇਸ ਵਜੋਂ ਦੱਸ ਰਹੀ ਹੈ। ਰਿਪੋਰਟ ਮੁਤਾਬਕ ਵਾਲਮਾਰਟ ਮ੍ਰਿਤਕ ਦੇ ਪਰਿਵਾਰ ਨਾਲ ਸਿੱਧੇ ਸੰਪਰਕ ਵਿੱਚ ਹੈ ਤੇ ਇਸ ਮੁਸ਼ਕਲ ਸਮੇਂ ਦੌਰਾਨ ਵਿੱਤੀ ਅਤੇ ਭਾਵਨਾਤਮਕ ਸਹਾਇਤਾ ਦੀ ਪੇਸ਼ਕਸ਼ ਕਰ ਰਿਹਾ ਹੈ। ਕੈਨੇਡਾ ਰੈਵਨਿਊ ਏਜੰਸੀ CRA ਨੇ 2024 ਟੈਕਸ ਸਾਲ ਲਈ ਬੇਅਰ ਟਰਸਟ ਦੀ ਰਿਪੋਰਟਿੰਗ ਤੋਂ ਛੋਟ ਤੇ ਇੱਕ ਵਿਸਥਾਰ ਦਾ ਐਲਾਨ ਕੀਤਾ ਹੈ। ਇਸ ਦਾ ਮਤਲਬ ਹੈ ਕਿ ਬੇਅਰ ਟਰਸਟ ਪ੍ਰਬੰਧਾਂ ਵਾਲੇ ਕੈਨੇਡੀਅਨਸ ਨੂੰ T3 ਜਾਂ ਸਕੈਜੂਲ 15 ਦਸਤਾਵੇਜ਼ਾਂ ਨੂੰ ਫਾਈਲ ਕਰਨ ਦੀ ਲੋੜ ਨਹੀਂ ਹੋਵੇਗੀ, ਜਦੋਂ ਤੱਕ CRA ਵਿਸ਼ੇਸ਼ ਤੌਰ ਤੇ ਇਸ ਦੀ ਬੇਨਤੀ ਨਹੀਂ ਕਰਦਾ। ਰਿਪੋਰਟ ਮੁਤਾਬਕ ਬੇਅਰ ਟਰਸਟ ਉਹਨਾਂ ਸਥਿਤੀਆਂ ਵਿੱਚ ਆਮ ਹੁੰਦੇ ਹਨ ਜਿੱਥੇ ਕੋਈ ਵਿਅਕਤੀ ਕਾਨੂੰਨੀ ਤੌਰ ਤੇ ਕਿਸੇ ਹੋਰ ਦੀ ਤਰਫੋਂ ਕਿਸੇ ਸੰਪत्ति ਦਾ ਮਾਲਕ ਹੁੰਦਾ ਹੈ, ਜਿਵੇਂ ਕਿ ਬਜ਼ੁਰਗ ਮਾਤਾ ਜਾਂ ਪਿਤਾ ਨਾਲ ਸਾਂਝਾ ਬੈਂਕ ਖਾਤਾ ਜਾਂ ਸਹਿ
ਦਸਤਖਤ ਮੌਰਗੇਜ। ਦੱਸ ਦਈਏ ਕਿ ਸੀਆਰਏ ਨੇ 2023 ਵਿੱਚ ਬੇਅਰ ਟਰਸਟਾਂ ਲਈ ਨਵੀਆਂ ਰਿਪੋਰਟਿੰਗ ਲੋੜਾਂ ਪੇਸ਼ ਕੀਤੀਆਂ, ਜਿਸ ਨਾਲ ਸ਼ੁਰੂ ਵਿੱਚ ਉਲਝਣ ਪੈਦਾ ਹੋਈ ਅਤੇ ਬਹੁਤ ਸਾਰੇ ਕੈਨੇਡੀਅਨਸ ਨੂੰ ਪੇਸ਼ੇਵਰ ਮਦਦ ਲੈਣ ਲਈ ਅਗਵਾਈ ਕੀਤੀ ਗਈ। ਹਾਲਾਂਕਿ ਫਾਈਲ ਕਰਨ ਦੀ ਆਖਰੀ ਮਿਤੀ ਤੋਂ ਕੁਝ ਦਿਨ ਪਹਿਲਾਂ ਸੀਆਰਏ ਨੇ ਕੈਨੇਡੀਅਨਸ ਦੇ ਅਣਇੱਛਤ ਪ੍ਰਭਾਵਾਂ ਦਾ ਹਵਾਲਾ ਦਿੰਦੇ ਹੋਏ ਉਸ ਸਾਲ ਲਈ ਲੋੜਾਂ ਨੂੰ ਮਾਫ ਕਰ ਦਿੱਤਾ ਸੀ। ਜ਼ਿਕਰ ਹੋਇਆ ਕਿ ਉਸ ਸਮੇਂ ਆਖਰੀ ਮਿੰਟ ਦੀ ਤਬਦੀਲੀ ਨੇ ਟੈਕਸ ਅਦਾਤਾਵਾਂ ਅਤੇ ਅਧਿਕਾਰੀਆਂ ਵਿੱਚ ਨਿਰਾਸ਼ਾ ਪੈਦਾ ਕੀਤੀ, ਜਿਸ ਨਾਲ ਕੈਨੇਡੀਅਨ ਟੈਕਸ ਪੇਅਰਜ਼ ਲੋਕਪਾਲ ਨੂੰ ਸੀਆਰਏ ਦੁਆਰਾ ਲੋੜਾਂ ਨੂੰ ਸੰਭਾਲਣ ਦੀ ਜਾਂਚ ਕਰਨ ਲਈ ਪ੍ਰੇਰਿਤ ਕੀਤਾ ਗਿਆ। ਸੀਆਰਏ ਅਨੁਸਾਰ ਇਸ ਨਵੀਨਤਮ ਛੋਟ ਦਾ ਉਦੇਸ਼ ਰਿਪੋਰਟਿੰਗ ਪ੍ਰਕਿਰਿਆ ਨੂੰ ਹੋਰ ਸਪਸ਼ਟ ਕਰਦੇ ਹੋਏ ਪ੍ਰਸ਼ਾਸਨਿਕ ਬੋਝ ਨੂੰ ਘੱਟ ਕਰਨਾ ਹੈ। ਜ਼ੈਰੀ ਡੋਲਿਨਚਕ ਦਾ ਨਾਰਥ ਐਡਮਿੰਟਨ ਘਰ ਇੱਕ ਹੈਲੋਇਨਸ ਹੌਟਸਪੌਟ ਬਣ ਰਿਹਾ ਹੈ, ਕਿਉਂਕਿ ਉਸ ਦਾ ਐਲੈਬੋਰੇਟ ਡਿਸਪਲੇ ਦ ਨਾਈਟਮੇਅਰ ਬਿਫੋਰ ਕ੍ਰਿਸਮਸ ਵਜੋਂ ਡੱਬ ਕੀਤਾ ਗਿਆ ਹੈ, ਹੁਣ ਵੱਡੀ ਭੀੜ ਨੂੰ ਆਕਰਸ਼ਿਤ ਕਰ ਰਿਹਾ ਹੈ। ਆਪਣੇ ਪ੍ਰਭਾਵਸ਼ਾਲੀ ਸਾਲਾਨਾ ਕ੍ਰਿਸਮਸ ਡਿਸਪਲੇ ਲਈ ਜਾਣੇ ਜਾਂਦੇ ਡੋਲਿਨਚਕ ਦਾ ਕਹਿਣਾ ਹੈ ਕਿ ਉਸ ਦਾ ਹੈਲੋਇਨ ਸੈਟਅਪ ਉਸ ਦੀ ਕ੍ਰਿਸਮਸ ਸਜਾਵਟ ਨਾਲੋਂ ਵੀ ਵਧੇਰੇ ਪ੍ਰਸਿੱਧ ਹੋ ਰਿਹਾ ਹੈ। ਦੱਸਦੇ ਕਿ ਡੋਲਿਨਚਕ 4 ਸਾਲਾਂ ਤੋਂ ਆਪਣੀ ਹੈਲੋਇਨ ਡਿਸਪਲੇ ਬਣਾ ਰਿਹਾ ਹੈ, ਉਸ ਦੀ ਪ੍ਰਾਪਰਟੀ ਅਤੇ ਉਸ ਦੇ ਗੁਆਂਢੀ ਦੇ ਇੱਕ ਹਿੱਸੇ ਦੀ ਵਰਤੋਂ ਕਰਦੇ ਹੋਏ। ਜਾਣਕਾਰੀ ਮੁਤਾਬਕ 1 ਸਤੰਬਰ ਨੂੰ ਕੰਮ ਸ਼ੁਰੂ ਕਰਦੇ ਹੋਏ ਉਸਨੇ ਅਤੇ ਇੱਕ ਸਹਾਇਕ ਨੇ ਵਿਚਸ, ਸਕੈਲੇਟਨ, ਸਕਲਸ ਅਤੇ ਕ੍ਰਿਸਮਸ ਲਾਈਟਸ ਨਾਲ ਭਰੇ ਡਰਾਉਣੇ ਦ੍ਰਿਸ਼ ਨੂੰ ਬਣਾਉਣ ਵਿੱਚ 6 ਹਫ਼ਤੇ ਬਿਤਾਏ। ਹਾਲਾਂਕਿ ਇਹ ਹੈਲੋਇਨ ਤੋਂ ਕ੍ਰਿਸਮਸ ਦੀ ਸਜਾਵਟ ਨੂੰ ਇੱਕ ਦਿਨ ਵਿੱਚ ਤਬਦੀਲ ਕਰਨ ਲਈ ਇੱਕ ਮਹੱਤਵਪੂਰਨ ਕੰਮ ਹੈ, ਜਿਸ ਨੂੰ ਲੈ ਕੇ ਡੋਲਿਨਚਕ ਦਾ ਕਹਿਣਾ ਹੈ ਕਿ ਉਸ ਨੂੰ ਰਚਨਾਤਮਕ ਪ੍ਰਕਿਰਿਆ ਵਿੱਚ ਖੁਸ਼ੀ ਮਿਲਦੀ ਹੈ। ਉਸ ਦਾ ਕਹਿਣਾ ਹੈ ਕਿ ਇਹ ਡਿਸਪਲੇ ਉਸ ਨੂੰ ਵਿਅਸਤ ਰੱਖਦੇ ਹਨ ਅਤੇ ਉਸ ਨੂੰ ਆਪਣੇ ਕਲਾਤਮਕ ਹੁਨਰ ਦਾ ਪ੍ਰਦਰਸ਼ਨ ਕਰਨ ਦਿੰਦੇ ਹਨ। ਐਨਵਾਇਰਨਮੈਂਟ ਕੈਨੇਡਾ ਨੇ ਨਾਰਥ ਈਸਟ ਓਨਟਾਰੀਓ ਵਿੱਚ ਮੌਸਮ ਚੇਤਾਵਨੀਆਂ ਜਾਰੀ ਕੀਤੀਆਂ ਹਨ, ਕਿਉਂਕਿ ਗੰਭੀਰ ਮੌਸਮ ਦੀ ਸੰਭਾਵਨਾ ਹੈ, ਜਿਸ ਵਿੱਚ ਗਰਜ, ਭਾਰੀ ਮੀਂਹ ਅਤੇ ਖੇਤਰ ਵਿੱਚ ਪਹਿਲੀ ਮਹੱਤਵਪੂਰਨ ਬਰਫ਼ਬਾਰੀ ਸ਼ਾਮਲ ਹੈ। ਟਿਮਿਨਸ ਅਤੇ ਵਾਵਾ ਵਰਗੇ ਖੇਤਰਾਂ ਵਿੱਚ 10 ਸੈਂਟੀਮੀਟਰ ਤੱਕ ਬਰਫ਼ ਇਕੱਠੀ ਹੋ ਸਕਦੀ ਹੈ, ਜਿੱਥੇ ਅੱਜ ਰਾਤ ਤੱਕ ਤਾਪਮਾਨ 18 ਡਿਗਰੀ ਸੈਲਸੀਅਸ ਤੋਂ -4 ਡਿਗਰੀ ਸੈਲਸੀਅਸ ਤੱਕ ਹੇਠਾਂ ਜਾਣਾ ਤੈਅ ਹੈ। ਐਨਵਾਇਰਨਮੈਂਟ ਕੈਨੇਡਾ ਮੁਤਾਬਕ ਤੂਫਾਨ ਦੇ ਵੱਖੋ ਵੱਖਰੇ ਹਾਲਾਤ ਲਿਆਉਣ ਦੀ ਉਮੀਦ ਹੈ, ਜਿਸ ਵਿੱਚ ਅੱਜ ਆਈਸ ਪੈਲੇਟਸ ਜਾਂ ਫ੍ਰੀਜ਼ਿੰਗ ਰੇਨ ਸ਼ਾਮਲ ਹੈ ਅਤੇ ਸ਼ੁੱਕਰਵਾਰ ਨੂੰ ਬਰਫ਼ਬਾਰੀ ਦੇ ਰੂਪ ਵਿੱਚ ਜਾਰੀ ਰਹਿਣ ਦੀ ਉਮੀਦ ਹੈ। ਵਾਵਾ ਅਤੇ ਆਸ-ਪਾਸ ਦੇ ਖੇਤਰਾਂ ਵਿੱਚ ਤੇਜ਼ ਹਵਾਵਾਂ ਅਤੇ ਗੜ੍ਹਿਆਂ ਦੇ ਨਾਲ ਇੱਕ ਗੰਭੀਰ ਗਰਜ ਤੂਫਾਨ ਦੀ ਵੀ ਚੇਤਾਵਨੀ ਦਿੱਤੀ ਗਈ ਹੈ, ਪਰ ਸਿਸਟਮ ਉੱਤਰ ਪੂਰਬ ਵੱਲ ਵਧਣ ਨਾਲ ਚੇਤਾਵਨੀਆਂ ਬਦਲ ਸਕਦੀਆਂ ਹਨ। ਮੁਸਾਫਰਾਂ ਲਈ ਐਨਵਾਇਰਨਮੈਂਟ ਕੈਨੇਡਾ ਨੇ ਸੰਭਾਵੀ ਤੌਰ ਤੇ ਖਤਰਨਾਕ ਸੜਕਾਂ ਦੀਆਂ ਸਥਿਤੀਆਂ ਬਾਰੇ ਚੇਤਾਵਨੀ ਦਿੱਤੀ ਹੈ, ਜਿਸ ਵਿੱਚ ਬਰਫ਼ ਅਤੇ ਲੋ ਵਿਜ਼ਿਬਿਲਿਟੀ ਸ਼ਾਮਲ ਹੈ। ਇਸ ਤੋਂ ਇਲਾਵਾ ਸੂ ਸੈਂਟ ਮੈਰੀ ਤੋਂ ਮੈਸੀ ਤੱਕ ਮੀਂਹ ਦੀ ਚੇਤਾਵਨੀ ਸਰਗਰਮ ਹੈ, ਜਿੱਥੇ ਸ਼ੁੱਕਰਵਾਰ ਸਵੇਰ ਤੱਕ 60 ਮਿਲੀਮੀਟਰ ਤੱਕ ਦਾ ਮੀਂਹ ਅਚਾਨਕ ਹੜ੍ਹਾਂ ਦਾ ਕਾਰਨ ਬਣ ਸਕਦਾ ਹੈ ਅਤੇ ਸੜਕਾਂ ਤੇ ਪਾਣੀ ਭਰ ਸਕਦਾ ਹੈ। ਕਬੈਕ ਦੇ ਇੱਕ 22 ਸਾਲਾ ਵਿਅਕਤੀ ਜ਼ੇਵੀਅਰ ਗੋਡਬੋ ਨੂੰ ਕੈਲਗਰੀ ਵਿੱਚ ਮਨੁੱਖੀ ਤਸਕਰੀ ਦੇ ਕਈ ਦੋਸ਼ਾਂ ਵਿੱਚ ਗ੍ਰਿਫਤਾਰ ਕੀਤਾ ਗਿਆ ਹੈ। ਇਹ ਗ੍ਰਿਫਤਾਰੀ ਅਲਬਰਟਾ ਲਾਅ ਇਨਫੋਰਸਮੈਂਟ ਰਿਸਪੌਂਸ ਟੀਮ ਅਲਰਟ ਮਨੁੱਖੀ ਤਸਕਰੀ ਯੂਨਿਟ ਦੁਆਰਾ ਕੈਲਗਰੀ ਪੁਲਿਸ ਦੀ ਸਹਾਇਤਾ ਨਾਲ 24 ਅਕਤੂਬਰ ਨੂੰ ਕੀਤੀ ਗਈ ਸੀ। ਦੱਸਦੇ ਕਿ ਗੋਡਬੋ ਕਬੈਕ ਵਿੱਚ ਬਕਾਇਆ ਵਾਰੰਟਾਂ ਲਈ ਵੀ ਲੋੜੀਂਦਾ ਚੱਲ ਰਿਹਾ ਸੀ। ਪੁਲਿਸ ਦਾ ਦੋਸ਼ ਹੈ ਕਿ ਗੋਡਬੋ ਸੋਸ਼ਲ ਮੀਡੀਆ ਰਾਹੀਂ 2 ਔਰਤਾਂ ਨੂੰ ਮਿਲਿਆ ਅਤੇ ਉਹਨਾਂ ਨੂੰ ਨੌਕਰੀ ਦੇ ਝੂਠੇ ਵਾਅਦੇ ਤਹਿਤ ਕੈਲਗਰੀ ਜਾਣ ਲਈ ਮਨਾ ਲਿਆ। ਪੁਲਿਸ ਨੇ ਦੱਸਿਆ ਕਿ ਉਹਨਾਂ ਦੇ ਆਉਣ ਤੇ ਜ਼ੇਵੀਅਰ ਨੇ ਕਥਿਤ ਤੌਰ ਤੇ ਉਹਨਾਂ ਨੂੰ ਜਿਨਸੀ ਵਪਾਰ ਲਈ ਮਜਬੂਰ ਕਰਨ ਦੀ ਕੋਸ਼ਿਸ਼ ਕੀਤੀ। ਪੀੜਤਾਂ ਵਿੱਚੋਂ ਇੱਕ ਤੇ ਸਰੀਰਕ ਤੌਰ ਤੇ ਹਮਲਾ ਕੀਤਾ ਗਿਆ, ਜਿਸ ਵਿੱਚ ਬੰਦੂਕ ਦੇ ਨਾਲ ਹਮਲਾ ਕੀਤਾ ਗਿਆ ਸੀ ਅਤੇ ਧਮਕੀ ਦਿੱਤੀ ਗਈ ਸੀ। ਖੁਸ਼ਕਿਸਮਤੀ ਨਾਲ ਦੋਵੇਂ ਔਰਤਾਂ ਪੁਲਿਸ ਨਾਲ ਸੰਪਰਕ ਕਰਨ ਵਿੱਚ ਕਾਮਯਾਬ ਰਹੀਆਂ, ਜਿਨ੍ਹਾਂ ਨੇ ਉਹਨਾਂ ਦੀ ਸੁਰੱਖਿਆ ਨੂੰ ਯਕੀਨੀ ਬਣਾਉਣ ਲਈ ਦਖਲ ਦਿੱਤਾ। ਗੋਡਬੋ ਇਸ ਸਮੇਂ ਗੰਭੀਰ ਦੋਸ਼ਾਂ ਦਾ ਸਾਹਮਣਾ ਕਰ ਰਿਹਾ ਹੈ, ਜਿਸ ਵਿੱਚ ਤਸਕਰੀ ਦੀ ਕੋਸ਼ਿਸ਼, ਹਥਿਆਰ ਨਾਲ ਹਮਲਾ, ਜਬਰੀ ਵਸੂਲੀ ਅਤੇ ਕਈ ਹਥਿਆਰਾਂ ਨਾਲ ਸੰਬੰਧਿਤ ਅਪਰਾਧ ਸ਼ਾਮਲ ਹਨ। ਅਲਰਟ ਕਿਸੇ ਵੀ ਹੋਰ ਸੰਭਾਵੀ ਪੀੜਤਾਂ ਨੂੰ ਅੱਗੇ ਆਉਣ ਅਤੇ ਕਾਨੂੰਨ ਲਾਗੂ ਕਰਨ ਵਾਲੇ ਅਧਿਕਾਰੀਆਂ ਨੂੰ ਆਪਣੇ ਤਜਰਬਿਆਂ ਦੀ ਰਿਪੋਰਟ ਕਰਨ ਦੀ ਅਪੀਲ ਕਰ ਰਿਹਾ ਹੈ। ਸਪੇਨ ਵਿੱਚ ਫਲੈਸ਼ ਹੜ੍ਹਾਂ ਨੇ ਬਹੁਤ ਜ਼ਿਆਦਾ ਤਬਾਹੀ ਮਚਾਈ ਹੋਈ ਹੈ, ਜਿਸ ਦੇ ਨਤੀਜੇ ਵਜੋਂ ਵੈਲੈਂਸੀਆ ਤੇ ਮੈਲਗਾ ਸਮੇਤ ਦੱਖਣੀ ਅਤੇ ਪੂਰਬੀ ਖੇਤਰਾਂ ਵਿੱਚ ਘੱਟੋ-ਘੱਟ 95 ਮੌਤਾਂ ਹੋਈਆਂ ਹਨ। ਮੰਗਲਵਾਰ ਨੂੰ ਸ਼ੁਰੂ ਹੋਏ ਭਾਰੀ ਮੀਂਹ ਦੇ ਤੂਫਾਨ ਨੇ ਤੇਜ਼ ਤੂਫਾਨ ਪੈਦਾ ਕੀਤੇ, ਜੋ ਵਾਹਨਾਂ ਅਤੇ ਮਲਬੇ ਨੂੰ ਵਹਾ ਲੈ ਗਏ, ਜਿਸ ਤੋਂ ਬਾਅਦ ਹੈਲੀਕਾਪਟਰਸ ਅਤੇ ਕਿਸ਼ਤੀਆਂ ਨੂੰ ਸ਼ਾਮਲ ਕਰਨ ਵਾਲੇ ਸੰਕਟਕਾਲੀਨ ਬਚਾਅ ਕਾਰਜਾਂ ਨੂੰ ਅੱਗੇ ਵਧਾਇਆ ਗਿਆ। ਰਿਪੋਰਟ ਮੁਤਾਬਕ ਬਹੁਤ ਸਾਰੇ ਘਰ ਬਰਬਾਦ ਹੋ ਗਏ ਹਨ ਅਤੇ ਭਾਈਚਾਰਿਆਂ ਨੂੰ ਕੁਝ ਖੇਤਰਾਂ ਵਿੱਚ 3 ਮੀਟਰ ਤੱਕ ਵੱਧ ਰਹੇ ਪਾਣੀ ਦਾ ਸਾਹਮਣਾ ਕਰਨਾ ਪੈ ਰਿਹਾ ਹੈ, ਜਿਸ ਨੇ ਨਿਵਾਸੀਆਂ ਨੂੰ ਫਸਿਆ ਹੋਇਆ ਮਹਿਸੂਸ ਕਰਵਾਇਆ ਅਤੇ ਬਚਾਅ ਕਾਰਜਾਂ ਨੂੰ ਚੁਣੌਤੀਪੂਰਨ ਬਣਾ ਦਿੱਤਾ। ਇਸ ਦੌਰਾਨ ਸਪੇਨ ਦੀ ਸਰਕਾਰ ਨੇ ਪੀੜਤਾਂ ਲਈ 3 ਦਿਨਾਂ ਦੇ ਸੋਗ ਦਾ ਐਲਾਨ ਕੀਤਾ। ਪ੍ਰਧਾਨ ਮੰਤਰੀ ਪੈਡਰੋ ਸੈਂਚੇਜ਼ ਨੇ ਪ੍ਰਭਾਵਿਤ ਲੋਕਾਂ ਨਾਲ ਇਕਜੁੱਟਤਾ ਦਾ ਪ੍ਰਗਟਾਵਾ ਕੀਤਾ। ਦੱਸਦੇ ਕਿ ਰਿਕਵਰੀ ਦੇ ਯਤਨਾਂ ਵਿੱਚ ਸਹਾਇਤਾ ਲਈ 1100 ਤੋਂ ਵੱਧ ਸੈਨਿਕਾਂ ਸਮੇਤ ਐਮਰਜੈਂਸੀ ਪ੍ਰਤੀਕਿਰਿਆ ਟੀਮਾਂ ਨੂੰ ਤਾਇਨਾਤ ਕੀਤਾ ਗਿਆ ਹੈ। ਮਰਨ ਵਾਲਿਆਂ ਦੀ ਗਿਣਤੀ ਵਿੱਚ ਪਾਈਪੋਰਟਾ ਵਿੱਚ ਇੱਕ ਸੀਨੀਅਰ ਰਿਹਾਇਸ਼ ਦੇ ਬਹੁਤ ਸਾਰੇ ਪੀੜਤ ਸ਼ਾਮਲ ਹਨ, ਜਿੱਥੇ ਘੱਟੋ-ਘੱਟ 6 ਨਿਵਾਸੀਆਂ ਨੇ ਆਪਣੀ ਜਾਨ ਗਵਾ ਦਿੱਤੀ। ਸਪੇਨ ਵਿੱਚ ਸਥਿਤੀ ਨਾਜ਼ੁਕ ਬਣੀ ਹੋਈ ਹੈ ਅਤੇ ਖੋਜ ਯਤਨ ਅਜੇ ਵੀ ਜਾਰੀ ਹਨ ਅਤੇ ਅਧਿਕਾਰੀਆਂ ਨੂੰ ਚਿੰਤਾ ਹੈ ਕਿ ਮਰਨ ਵਾਲਿਆਂ ਦੀ ਗਿਣਤੀ ਹੋਰ ਵੱਧ ਸਕਦੀ ਹੈ। ਇਸ ਦੌਰਾਨ ਵਿਗਿਆਨੀ ਚੇਤਾਵਨੀ ਦੇ ਰਹੇ ਹਨ ਕਿ ਇਸ ਤਰ੍ਹਾਂ ਦੀਆਂ ਅਤਿਅੰਤ ਮੌਸਮੀ ਘਟਨਾਵਾਂ ਸੰਭਾਵਤ ਤੌਰ ਤੇ ਜਲਵਾਯੂ ਤਬਦੀਲੀ ਨਾਲ ਜੁੜੀਆਂ ਹੋਈਆਂ ਹਨ, ਜਿੱਥੇ ਸਪੇਨ ਅਜੇ ਵੀ ਗੰਭੀਰ ਸੋਕੇ
ਕੇ ਤੋਂ ਉੱਭਰ ਰਿਹਾ ਹੈ, ਜਿਸ ਨੇ ਜ਼ਮੀਨ ਨੂੰ ਭਾਰੀ ਮੀਂਹ ਨੂੰ ਜਜ਼ਬ ਕਰਨ ਦੇ ਯੋਗ ਬਣਾ ਦਿੱਤਾ ਹੈ। ਤਾਲਿਬਾਨ ਸਰਕਾਰ ਦੇ ਇੱਕ ਮੰਤਰੀ ਨੇ ਐਲਾਨ ਕੀਤਾ ਹੈ ਕਿ ਅਫਗਾਨ ਔਰਤਾਂ ਨੂੰ ਹੋਰ ਔਰਤਾਂ ਦੇ ਸਾਹਮਣੇ ਉੱਚੀ ਆਵਾਜ਼ ਵਿੱਚ ਪ੍ਰਾਰਥਨਾ ਕਰਨ ਜਾਂ ਕੁਰਾਨ ਦਾ ਪਾਠ ਕਰਨ ਦੀ ਮਨਾਹੀ ਹੈ। ਇਹ ਬਿਆਨ ਉਪ ਅਤੇ ਨੇਕੀ ਮੰਤਰੀ ਖਾਲਿਦ ਹਨਫੀ ਦਾ ਹੈ, ਜਿਸ ਨੇ ਲੋਗਰ ਸੂਬੇ ਵਿੱਚ ਇੱਕ ਸਮਾਗਮ ਦੌਰਾਨ ਇਹ ਟਿੱਪਣੀ ਕੀਤੀ। ਜ਼ਿਕਰਯੋਗ ਹੈ ਕਿ ਇਹ ਨਵੀਂ ਪਾਬੰਦੀ ਔਰਤਾਂ ਦੇ ਅਧਿਕਾਰਾਂ ਨੂੰ ਸੀਮਤ ਕਰਨ ਵਾਲੇ ਕਾਨੂੰਨਾਂ ਦੀ ਇੱਕ ਲੜੀ ਨੂੰ ਜੋੜਦੀ ਹੈ, ਜੋ ਪਹਿਲਾਂ ਹੀ ਉਹਨਾਂ ਨੂੰ ਜਨਤਕ ਤੌਰ ਤੇ ਆਪਣੀ ਆਵਾਜ਼ ਉਠਾਉਣ ਤੋਂ ਰੋਕਦੇ ਹਨ ਅਤੇ ਉਹਨਾਂ ਨੂੰ 6ਵੀਂ ਜਮਾਤ ਤੋਂ ਬਾਅਦ ਦੀ ਸਿੱਖਿਆ, ਬਹੁਤ ਸਾਰੀਆਂ ਜਨਤਕ ਥਾਵਾਂ ਅਤੇ ਜ਼ਿਆਦਾਤਰ ਨੌਕਰੀਆਂ ਕਰਨ ਤੋਂ ਰੋਕਦੇ ਹਨ। ਹਨਾਫੀ ਨੇ ਕਿਹਾ ਕਿ ਨਾ ਸਿਰਫ ਕੁਰਾਨ ਦੇ ਪਾਠਾਂ ਦੀ ਮਨਾਹੀ ਹੈ, ਬਲਕਿ ਇਸਲਾਮੀ ਵਿਸ਼ਵਾਸ ਦੇ ਕੇਂਦਰ ਵਿੱਚ ਪ੍ਰਗਟਾਵੇ ਜਿਵੇਂ ਕਿ ਸੁਭਾਨ ਅੱਲਾ ਅਤੇ ਇੱਥੋਂ ਤੱਕ ਕਿ ਪ੍ਰਾਰਥਨਾ ਲਈ ਬੁਲਾਉਣ ਤੇ ਵੀ ਔਰਤਾਂ ਲਈ ਪਾਬੰਦੀ ਹੈ। ਰਿਪੋਰਟ ਮੁਤਾਬਕ ਮੰਤਰੀ ਦੇ ਇਸ ਬਿਆਨ ਦੀਆਂ ਟਿੱਪਣੀਆਂ ਦਾ ਆਡੀਓ ਸ਼ੁਰੂ ਵਿੱਚ ਮੰਤਰਾਲੇ ਦੇ ਸੋਸ਼ਲ ਮੀਡੀਆ ਤੇ ਸਾਂਝਾ ਕੀਤਾ ਗਿਆ ਸੀ, ਪਰ ਬਾਅਦ ਵਿੱਚ ਇਸ ਨੂੰ ਡਿਲੀਟ ਕਰ ਦਿੱਤਾ ਗਿਆ। ਖਬਰਾਂ ਹਨ ਕਿ ਤਾਲਿਬਾਨ ਦੇ ਉਪ ਅਤੇ ਨੇਕੀ ਮੰਤਰਾਲਾ ਇਹਨਾਂ ਨਵੇਂ ਕਾਨੂੰਨਾਂ ਬਾਰੇ ਜਾਗਰੂਕਤਾ ਪੈਦਾ ਕਰਨ ਲਈ ਇੱਕ ਦੇਸ਼ ਵਿਆਪੀ ਪ੍ਰੋਗਰਾਮ ਲਾਗੂ ਕਰਨ ਦੀ ਯੋਜਨਾ ਬਣਾ ਰਿਹਾ ਹੈ। ਹਾਲਾਂਕਿ ਇਹਨਾਂ ਨੂੰ ਕਿਵੇਂ ਲਾਗੂ ਕੀਤਾ ਜਾਵੇਗਾ, ਇਸ ਬਾਰੇ ਵੇਰਵੇ ਅਸਪਸ਼ਟ ਹਨ। ਕਾਬਿਲੇ ਗੌਰ ਹੈ ਕਿ 2021 ਵਿੱਚ ਤਾਲਿਬਾਨ ਦੇ ਮੁੜ ਸੱਤਾ ਵਿੱਚ ਆਉਣ ਤੋਂ ਬਾਅਦ ਉਹਨਾਂ ਨੇ ਸਖਤ ਨੈਤਿਕਤਾ ਕਾਨੂੰਨ ਸਥਾਪਿਤ ਕੀਤੇ ਹਨ, ਜੋ ਔਰਤਾਂ ਅਤੇ ਕੁੜੀਆਂ ਨੂੰ ਸਿੱਧੇ ਤੌਰ ਤੇ ਪ੍ਰਭਾਵਿਤ ਕਰਦੇ ਹਨ। ਇਹਨਾਂ ਕਾਨੂੰਨਾਂ ਵਿੱਚ ਲਾਜ਼ਮੀ ਪਹਿਰਾਵੇ ਦੇ ਕੋਡ, ਵੱਖਰੀ ਸਿੱਖਿਆ ਅਤੇ ਯਾਤਰਾ ਕਰਨ ਵੇਲੇ ਔਰਤਾਂ ਲਈ ਇੱਕ ਮਰਦ ਸਰਪ੍ਰਸਤ ਹੋਣ ਦੀ ਲੋੜ ਸ਼ਾਮਲ ਹੈ। ਇਸ ਤੋਂ ਇਲਾਵਾ ਅਫਗਾਨਿਸਤਾਨ ਵਿੱਚ ਮੀਡੀਆ ਨੂੰ ਦੇਸ਼ ਵਿੱਚ ਨਿੱਜੀ ਸੁਤੰਤਰਤਾ ਤੇ ਚੱਲ ਰਹੀਆਂ ਪਾਬੰਦੀਆਂ ਨੂੰ ਉਜਾਗਰ ਕਰਦੇ ਹੋਏ ਜੀਵਿਤ ਚੀਜ਼ਾਂ ਦੀਆਂ ਤਸਵੀਰਾਂ ਦਿਖਾਉਣ ਤੋਂ ਵੀ ਰੋਕਿਆ ਗਿਆ ਹੈ। ਬੁਲਟਨ ਦੇ ਵਿੱਚ ਅੱਜ ਦੇ ਲਈ ਇੰਨਾ ਹੀ। ਮੁੜ ਤੋਂ ਹਾਜ਼ਰ ਹੋਵਾਂਗੇ ਨਵੀਆਂ ਖਬਰਾਂ ਦੇ ਨਾਲ। ਤੁਸੀਂ ਵੇਖਦੇ ਰਹੋ BTV ਬ੍ਰਾਡਕਾਸਟਿੰਗ। ਬੀ ਪੋਜ਼ਿਟਿਵ, ਬੀ ਯੋਰਸੈਲਫ।